ਦੋਸਤੋ ਪੈਰ ਪੈਰ ਦੇ ਉੱਤੇ ਸਰਕਾਰ ਵੱਲੋਂ ਵੱਖ-ਵੱਖ ਫਰਮਾਨ ਜਾਰੀ ਕੀਤੇ ਜਾਂਦੇ ਨੇ ਜਿਹੜੇ ਲੋਕਾਂ ਦੇ ਵਿੱਚ ਥਾਪ ਦਿੱਤੇ ਜਾਂਦੇ ਨੇ। ਤਾਂ ਇੱਕ ਫਰਮਾਨ ਹੋਰ ਜਾਰੀ ਕੀਤਾ ਹੈ ਕਿ ਜਿਹੜੇ ਆਟੋ ਚੱਲਦੇ ਨੇ ਸੜਕਾਂ ਦੇ ਉੱਤੇ ਜਿਹੜੇ ਪੁਰਾਣੇ ਨੇ ਉਹ ਬਿਲਕੁਲ ਬੌਂਡ ਕਰ ਦਿੱਤੇ ਜਾਣਗੇ, ਉਹ ਸੜਕਾਂ ਉੱਤੇ ਨਹੀਂ ਚੱਲਣਗੇ। ਤਾਂ ਇਹ ਤਿਆਰੀ ਜਿਹੜੀ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਇੱਕ ਤਿਆਰੀ ਹੋਰ ਕਰ ਦਿੱਤੀ ਗਈ ਹੈ ਕਿ ਜਿਹੜੇ ਈ ਰਿਕਸ਼ਾ ਚੱਲਦੇ ਨੇ ਉਹ ਵੀ ਸੜਕਾਂ ਉੱਤੇ ਨਹੀਂ ਚੱਲਣਗੇ। ਉਹਦੇ ਵਾਸਤੇ ਖਾਸ ਕੋਈ ਉਪਰਾਲਾ ਸਰਕਾਰ ਕਰਕੇ ਬੈਠੀ ਹੋਈ ਆ, ਪਰ ਉਹ ਉਪਰਾਲਾ ਜਿਹੜਾ ਸਰਕਾਰ ਨੇ ਕੀਤਾ ਸ਼ਾਇਦ ਈ ਰਿਕਸ਼ੇ ਵਾਲਿਆਂ ਨੂੰ ਮਨਜ਼ੂਰ ਨਹੀਂ ਆ, ਜਿਸ ਵਜ੍ਹਾ ਕਰਕੇ ਅੱਜ ਸਾਰੇ ਈ ਰਿਕਸ਼ਾ ਚਾਲਕ ਜਿਹੜੇ ਨੇ ਜਾਂ ਠੇਕੇਦਾਰ ਨੇ ਉਹ ਕਾਰਪੋਰੇਸ਼ਨ ਦਫ਼ਤਰ ਪਹੁੰਚੇ ਨੇ, ਜਿਨ੍ਹਾਂ ਦੀ ਅਗਵਾਈ ਮਨਦੀਪ ਸਿੰਘ ਮੰਨਾ ਕਰਦੇ ਪਏ ਨੇ। ਗੱਲਬਾਤ ਸਾਂਝੀ ਕਰ ਲੈਂਦੇ ਆ ਕਿ ਆਖਿਰਕਾਰ ਮਸਲਾ ਕੀ ਪੈ ਗਿਆ ਜਿਹੜਾ ਇੰਨਾ ਇਕੱਠ ਕਾਰਪੋਰੇਸ਼ਨ ਦਫ਼ਤਰ ਪਹੁੰਚਿਆ। ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਕੀ ਮਸਲਾ ਇਹਨਾਂ ਦਾ ਪੈ ਗਿਆ ਜਿਹੜਾ ਅਸੀਂ ਇੱਥੇ ਪਹੁੰਚੇ। ਸੁਖਸ਼ੈਨ, ਪਿਛਲੇ ਦਿਨਾਂ ਦੇ ਵਿੱਚ ਇੱਕ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ 2-3 ਵਾਰੀ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਸਟੇਟਮੈਂਟ ਆਈਆਂ, ਬਿਆਨ ਆਏ ਕਿ ਜਿੰਨੇ ਵੀ ਰਿਕਸ਼ਾ ਜਿਹੜੇ ਚੱਲਦੇ ਨੇ ਸ਼ਹਿਰ ਦੇ ਵਿੱਚ, ਜੇ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੈਗੀ ਤੇ ਉਹ ਬੰਦ ਕਰ ਦਿੱਤੇ ਜਾਣਗੇ। ਮੈਂ ਸੋਚਿਆ ਕਿ ਸ਼ਾਇਦ ਟ੍ਰੈਫਿਕ ਕਰਕੇ ਜਾਂ ਇਹਨਾਂ ਨੂੰ ਲੱਗਾ ਕਿ ਇੱਕ ਸੁਪਰੀਮ ਕੋਰਟ ਦੇ ਆਰਡਰ ਆਏ ਨੇ ਕਿ ਈ ਰਿਕਸ਼ਾ ਜਿਹੜੇ ਚੱਲਦੇ ਉਹਨਾਂ ਦੇ ਉੱਤੇ ਨੰਬਰਿੰਗ ਨਹੀਂ ਹੁੰਦੀ, ਉਹਦੇ ਨਾਲ ਐਕਸੀਡੈਂਟ ਹੋ ਜਾਂਦੇ ਨੇ, ਇਹਨਾਂ ਦਾ ਪਤਾ ਨਹੀਂ ਲੱਗਦਾ, ਇਸ ਕਰਕੇ ਬੰਦ ਕਰਦੇ ਹੋਣਗੇ। ਦੂਜੀ ਚੀਜ਼, ਮੈਂ ਜਿਹੜੇ ਕੋਰਟ ਦੇ ਆਰਡਰ ਨੇ, ਚਲੋ ਸਾਨੂੰ ਸਾਰਿਆਂ ਨੂੰ ਕੋਰਟ ਅੱਗੇ ਸਿਰ ਝੁਕਾਉਣਾ ਚਾਹੀਦਾ, ਬਟ ਕਈ ਥਾਵਾਂ ਦੇ ਉੱਤੇ ਉੱਥੇ ਤੱਥ ਹੀ ਹੋਰ ਪੇਸ਼ ਕੀਤੇ ਜਾਂਦੇ ਨੇ ਜਿਹੜੇ ਲੋਕ ਰਿਟ ਪਟੀਸ਼ਨ ਲਾਉਂਦੇ ਨੇ। ਮੈਂ ਵੀ ਕਹਿਣਾ ਚਾਹੁੰਦਾ ਕਿ ਮੈਨੂੰ ਨਹੀਂ ਲੱਗਦਾ, ਤੁਸੀਂ ਵੀ ਸ਼ਹਿਰ 'ਚ ਰਹਿੰਦੇ ਹੋ, ਕਿ ਈ ਰਿਕਸ਼ਾ ਦੇ ਥੱਲੇ ਆ ਕੇ ਕੋਈ ਬੰਦਾ ਮਰ ਗਿਆ ਹੋਵੇ। ਜੇ ਬੰਦ ਕਰ ਦਿੱਤੇ ਜਾਣਗੇ ਤਾਂ ਮੇਰਾ ਖਿਆਲ ਬਹੁਤ ਸਾਰੇ ਬੰਦੇ ਮਰ ਜਾਣਗੇ, ਸ਼ਹਿਰ 'ਚ ਕ੍ਰਾਈਮ ਵੀ ਵਧੂਗਾ, ਨਸ਼ਾ ਵੀ ਵਧੂਗਾ। ਸੋ ਮੈਨੂੰ ਤਾਂ ਥੋੜਾ ਜਿਹਾ ਇਹ ਲੱਗਾ ਕਿ ਇਹ ਗੱਲ ਹੈ, ਪਰ ਜਦੋਂ ਮੈਂ ਇਹਦੀ ਘੋਖ ਕੀਤੀ, ਇੱਕ ਸਰਕਾਰ ਵੱਲੋਂ ਸਕੀਮ ਆਈ ਹੈ ਰਾਹੀ, ਉਹਦੇ ਵਿੱਚ ਕੀ ਹੈ ਕਿ 4 ਲੱਖ ਰੁਪਏ ਦੇ ਕਰੀਬ, 3.5-4 ਲੱਖ ਰੁਪਏ ਦਾ ਰਿਕਸ਼ਾ ਜਿਹੜਾ ਉਹ ਸਰਕਾਰ ਵੱਲੋਂ ਦਿੱਤਾ ਜਾਣਾ। ਜਿਹੜਾ ਰਿਕਸ਼ਾ ਇਹਨਾਂ ਨੂੰ 1.25 ਲੱਖ ਰੁਪਏ ਦੇ ਵਿੱਚ ਬਾਹਰੋਂ ਮਿਲਦਾ, 3.5-4 ਲੱਖ ਰੁਪਏ ਦਾ ਉਹ ਰਿਕਸ਼ਾ ਦਿੱਤਾ ਜਾਊਗਾ। ਉਹਦੇ ਵਿੱਚ ਉਹ ਦੱਸ ਰਹੇ ਨੇ ਕਿ 1.25 ਲੱਖ ਦੇ ਕਰੀਬ ਉਹਨੂੰ ਛੋਟ ਮਿਲ ਜੂਗੀ, ਕੋਈ ਸਕ੍ਰੈਪ ਦੀ ਪਰਚੀ ਹੈ ਉਹ ਛੋਟ ਹੋ ਜੂਗੀ, ਕੁਝ ਪੈਸੇ ਇਹਨਾਂ ਨੂੰ ਜਿਹੜੇ ਉਹ ਸਬਸਿਡੀ ਦੇ ਤੌਰ ਤੇ ਵਾਪਸ ਦਿੱਤੇ ਜਾਣਗੇ। ਤਾਂ ਵੀ ਘੱਟੋ ਘੱਟ ਉਹ ਰਿਕਸ਼ਾ ਇਹਨਾਂ ਨੂੰ 3-3.5 ਲੱਖ ਦਾ ਪੈਣਾ। ਜਿਹੜੀ ਚੀਜ਼ 1.25 ਲੱਖ 'ਚ ਮਿਲ ਰਹੀ ਉਹ 3-3.5 ਲੱਖ। ਇਸੇ ਕਰਕੇ ਇਹਨਾਂ ਦੀ ਸਕੀਮ ਜਿਹੜੀ ਉਹ ਕਾਮਯਾਬ ਨਹੀਂ ਹੋ ਰਹੀ। ਜਿੰਨੇ 4.5 ਲੱਖ ਦਾ ਆਟੋ ਲੈਣਾ ਤੇ ਉਹ ਕਾਰ ਲੈ ਕੇ ਟੈਕਸੀ ਕਿਉਂ ਨਹੀਂ ਚਲਾਊਗਾ ਯਾਰ? ਤੁਸੀਂ ਸਕੀਮਾਂ ਥੋਪਣ ਤੋਂ ਪਹਿਲਾਂ ਤੇ ਉਹਦੇ ਲਈ ਜਿਹੜੇ ਈ ਰਿਕਸ਼ਾ ਲੈਣੇ ਨੇ ਸਰਕਾਰ ਵੱਲੋਂ, ਉਹਦੇ ਲਈ 3 ਫਰਮਾਂ ਰਜਿਸਟਰਡ ਕੀਤੀਆਂ ਗਈਆਂ ਨੇ। ਇੱਕ ਮਹਿੰਦਰਾ, ਇੱਕ ਪਿਆਜੀਓ ਹੈ, ਬਹੁਤ ਵੱਡੀ ਫਰਮ ਹੈ, ਤੇ ਇੱਕ ਅਤੁਲ, ਜਿਹੜੇ ਤੁਸੀਂ ਆਮ ਤੌਰ ਤੇ ਆਟੋ ਜਿਹੜੇ ਦੇਖਦੇ ਨਜ਼ਰ ਆਉਂਦੇ ਹੋ। ਆਪਾਂ ਰੋਣਾ ਤੇ ਰੋਨੇ ਆ ਕਿ ਗਰੀਬ ਬੰਦੇ ਨੂੰ ਕੰਮ ਨਹੀਂ ਮਿਲਦਾ ਤੇ ਕਾਰਪੋਰੇਟ ਘਰਾਣਿਆਂ ਕੋ ਸਾਰਾ ਕੁਝ ਜਾ ਰਿਹਾ। ਇਹਨਾਂ 3 ਫਰਮਾਂ ਨੂੰ ਕਿਉਂ? ਮੈਂ ਤੇ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਸਰਕਾਰ ਨੂੰ ਲਿਖ ਕੇ ਭੇਜੋ, ਮੁੱਖ ਮੰਤਰੀ ਨੂੰ ਇਹ ਲਿਖਣਾ ਚਾਹੀਦਾ ਕਿ ਈ ਰਿਕਸ਼ਾ ਆਹ ਕ੍ਰਾਈਟੇਰੀਆ ਪੂਰਾ ਕਰਦਾ ਹੋਣਾ ਚਾਹੀਦਾ। ਈ ਰਿਕਸ਼ਾ ਆਹ ਬਾਡੀ ਦੀ ਇੰਨੀ ਸਟਰੈਂਥ ਹੋਣੀ ਚਾਹੀਦੀ ਹੈ, ਈ ਰਿਕਸ਼ਾ ਦੀ ਬੈਟਰੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਬਣਾਵੇ ਕੋਈ ਵੀ ਕਿਸੇ ਵੀ ਫਰਮ ਤੋਂ ਤੁਸੀਂ ਲਓ, ਤਾਂ ਮੇਰਾ ਖਿਆਲ ਕੰਪੀਟੀਸ਼ਨ ਦੇ ਵਿੱਚ 1.5 ਲੱਖ ਤੋਂ ਉੱਤੇ ਨਹੀਂ ਇਹਨਾਂ ਨੂੰ ਮਿਲਣਾ, ਹੱਦ 1.5 ਲੱਖ ਤੋਂ। ਉਹ 3.5 ਲੱਖ ਦੇ ਰਿਕਸ਼ੇ ਜਿਹੜੇ ਸਰਕਾਰ ਵੱਲੋਂ ਦਿੱਤੇ ਜਾਣੇ ਨੇ, ਉਹਨੂੰ ਪ੍ਰਮੋਟ ਕਰਨ ਲਈ ਤੁਸੀਂ 35-40 ਹਜ਼ਾਰ ਪਰਿਵਾਰ ਨੂੰ ਜਿਹੜਾ ਦਾਅ ਦੇ ਉੱਤੇ ਥੋੜੀ ਲਾ ਦਿਓਗੇ। 5-5 ਉਹਨਾਂ ਦੇ ਨਾਲ ਜੀ ਜੁੜੇ ਨੇ, ਬੱਚੇ ਉਹਨਾਂ ਦੇ ਪੜ੍ਹਦੇ ਨੇ, ਕਮਾ ਕੇ ਉਹ ਖਾਂਦੇ ਨੇ। ਇਸ ਸੰਦਰਭ ਦੇ ਵਿੱਚ ਜਿਹੜੇ ਇਹਨਾਂ ਦੇ ਈ ਰਿਕਸ਼ਾ ਪੁਰਾਣੇ ਨੇ, ਪਹਿਲਾਂ ਕੋਈ ਰਜਿਸਟ੍ਰੇਸ਼ਨ ਸਕੀਮ ਨਹੀਂ ਸੀ ਹੈਗੀ, ਜੇ ਹੈਗੀ ਸੀ ਤੇ ਬਹੁਤ ਔਖੀ ਸੀਗੀ। ਚੰਡੀਗੜ੍ਹੋਂ ਜਾ ਕੇ ਕੋਈ ਪੋਰਟਲ ਖੁੱਲਦਾ ਸੀਗਾ ਤੇ ਕਿੱਥੇ ਈ ਰਿਕਸ਼ੇ ਵਾਲਾ ਚੰਡੀਗੜ੍ਹ ਜਿਹੜਾ ਧੱਕੇ ਖਾਂਦਾ ਫਿਰੂਗਾ। ਪਹਿਲਾਂ ਉਹ ਰਜਿਸਟਰਡ ਨਹੀਂ ਕੀਤੇ ਗਏ 5 ਸਾਲ ਤੋਂ, ਉਦੋਂ ਕੋਈ ਸਖਤੀ ਨਹੀਂ ਕੀਤੀ ਗਈ। ਹੁਣ ਆਪਣੀ ਇੱਕ ਸਕੀਮ ਆ ਗਈ ਆ ਤੇ ਆਪਾਂ ਇਹਨਾਂ ਦਾ ਮਤਲਬ ਗਲ ਘੁੱਟਣ ਲਈ ਤੁਰ ਪਏ ਆ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਕਮਿਸ਼ਨਰ ਕਾਰਪੋਰੇਸ਼ਨ ਆਰਟੀਏ ਵੀ ਇੱਥੇ ਆਏ ਸੀਗੇ, ਅਰਸ਼ਦੀਪ ਲੁਬਾਣਾ, ਟ੍ਰੈਫਿਕ ਦੇ ਜਿਹੜੇ ਆਲਾ ਅਧਿਕਾਰੀ ਨੇ ਉਹ ਵੀ ਇੱਥੇ ਆਏ ਸੀਗੇ। ਇੱਕ ਜੁਆਇੰਟ ਮੀਟਿੰਗ ਕੀਤੀ ਗਈ ਹੈ ਕਿ ਇਹਨਾਂ ਨੂੰ ਮਾਰਨ ਨਾਲੋਂ ਇਹਨਾਂ ਤੋਂ ਕੋਈ ਹੱਲ ਕੱਢਣਾ ਚਾਹੀਦਾ। ਔਰ ਫਿਰ ਆਰਟੀਏ ਨੇ ਦੱਸਿਆ ਕਿ ਜਿਹੜੀ ਸਕੀਮ ਹੈ, ਹੁਣ ਨਵੀਂ ਇੱਕ ਸਕੀਮ ਆਈ ਹੈ ਕਿ ਜਿਹੜਾ ਵੀ ਈ ਰਿਕਸ਼ਾ ਅੱਗੋਂ ਮਤਲਬ ਪੋਲਿਊਸ਼ਨ ਫਰੀ ਤੇ ਇਹ ਦੇਸ਼ ਤੇ ਸੂਬਾ ਤੇ ਸ਼ਹਿਰ ਹੋਣਾ ਚਾਹੀਦਾ, ਪਰ ਇਹ ਨਹੀਂ ਕਿ ਇਹਨਾਂ ਲੋਕਾਂ ਦਾ ਗਲ ਘੁੱਟ ਕੇ ਤੁਸੀਂ ਜਿਹੜਾ ਧੂੰਆਂ ਬੰਦ ਕਰੋਗੇ। ਸੋ ਉਹ ਨਵੀਂ ਸਕੀਮ ਦੇ ਵਿੱਚ ਹੈਗਾ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਫੀਸ ਮਾਫ ਕਰ ਦਿੱਤੀ ਗਈ ਹੈ। ਪਰ ਜਿਹੜਾ 35-40 ਹਜ਼ਾਰ ਪਹਿਲਾਂ ਰਿਕਸ਼ਾ ਚੱਲ ਰਿਹਾ, ਉਹਦੇ ਲਈ ਮੈਂ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਵੀ ਕੋਈ ਛੋਟ ਦਿੱਤੀ ਜਾਵੇ। ਮਿਨੀਮਮ ਚਾਰजेस, ਕੋਈ ਮਾਈਨਰ ਚਾਰजेस ਲੈ ਕੇ ਨੰਬਰ ਲਾਉਣ ਨੂੰ ਤਿਆਰ ਨੇ, ਸਾਰੇ ਰੂਲ ਫੋਲੋ ਕਰਨ ਨੂੰ ਤਿਆਰ ਨੇ। ਇਹਨਾਂ ਦਾ ਵੀ ਕੋਈ ਮਸਲਾ ਹੱਲ ਕੀਤਾ ਜਾਵੇ, ਉਹਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਮਿਲੇ। ਅੱਛਾ ਮੰਨਾ ਜੀ, ਜਿਸ ਤਰੀਕੇ ਨਾਲ ਕਹਿ ਰਹੇ ਕਿ ਰਿਜ਼ਰਵੇਸ਼ਨ ਕਰਾਣੀ, ਜਦੋਂ ਰਜਿਸਟ੍ਰੇਸ਼ਨ ਕਰਾਣੀ ਹੈ ਉਹਦੇ ਵਿੱਚ ਫੀਸ ਜਿਹੜੀ ਇਹਨਾਂ ਦੀ 9 ਤੋਂ 10 ਹਜ਼ਾਰ ਦੇ ਏੜ-ਗੇੜ ਹੈਗੀ ਆ ਸਾਲ ਦੀ। ਤਾਂ ਜੇਕਰ ਅਸੀਂ ਇੱਕ ਜਣੇ ਦੀ ਗੱਲ ਕਰੀਏ ਤਾਂ ਉਹ ਰੋਜ਼ ਦਾ 300-400-500 ਰੁਪਇਆ ਕਮਾ ਲੈਂਦਾ। ਮਤਲਬ ਮਹੀਨੇ ਵਿੱਚ ਅਸੀਂ ਕਰ ਸਕਦੇ ਕਿ 15,000, ਤੇ ਜੇ ਅਸੀਂ 10,000 ਸਾਲ ਦਾ ਭਰਦੇ ਆ ਤਾਂ ਸਰਕਾਰ ਦਾ ਖਜ਼ਾਨਾ ਵੀ ਤੇ ਭਰਦਾ ਨਾ ਉਹਦੇ ਨਾਲ। ਨਹੀਂ, ਸਰਕਾਰ ਦਾ ਖਜ਼ਾਨਾ ਭਰਦੇ ਨੇ, ਉਹ ਭਰਨ ਨੂੰ ਤਿਆਰ ਨੇ।
ਪਹਿਲਾਂ ਕੋਈ ਪਾਲਿਸੀ 10,000 ਕਹਿੰਦੇ ਜ਼ਿਆਦਾ ਨੇ ਤੁਹਾਡੇ ਇਹੋ ਜਿਹੜੇ ਈ ਚੱਲ ਜਿਹੜੇ ਕਹਿੰਦੇ ਪਏ 10,000 ਵੀ ਜ਼ਿਆਦਾ। ਇਹ ਤੁਹਾਨੂੰ ਲੱਗਦਾ ਹੈ ਕਿ 300-400 ਇਹਨਾਂ ਦੇ ਵਿੱਚੋਂ ਕੋਈ ਬਹੁਤੇ ਈ ਰਿਕਸ਼ਾ ਦੇ ਮਾਲਕ ਨਹੀਂ ਹੋਣਗੇ, ਕੁਝ ਇਹਨਾਂ ਦੇ ਵਿੱਚ ਸੈਲਰ ਆਏ ਨੇ, ਕੁਝ ਇਹਨਾਂ ਦੇ ਵਿੱਚ ਜਿਹੜੇ ਪੁੱਲਰ ਆਏ ਨੇ। ਇੱਕ ਬੰਦਾ ਪਹਿਲਾਂ ਈ ਰਿਕਸ਼ਾ ਪਾਉਂਦਾ ਹੈ, ਮੰਨ ਲਓ ਮੈਂ ਪਾਲੇ ਜਾਂ ਇਹਨਾਂ ਪਾਲੇ, ਕਿਸੇ ਨੇ ਵੀ ਪਾਲੇ, ਉਹ ਅੱਗੇ ਇਹਨਾਂ ਨੂੰ ਰੈਂਟ ਤੇ ਦਿੰਦਾ 300-400 ਰੁਪਏ ਦੇ ਉੱਤੇ, ਫਿਰ ਉਹ 300-400 ਰੁਪਈਆ ਇਹਨਾਂ ਦਾ ਪਹਿਲਾਂ ਕੱਢਦਾ ਹੈ, ਫਿਰ ਉਹ ਆਪਣੇ ਲਈ ਕਮਾਉਂਦਾ ਹੈ। ਫਿਰ ਤੁਸੀਂ ਦੇਖੋ ਕਿੰਨੀ ਕੁ ਦਿਹਾੜੀ ਪੈਂਦੀ ਹੈ, ਕਿੰਨਾ ਕੁ ਵੱਡਾ ਮਤਲਬ ਜਿੰਨੇ ਇਹਨਾਂ ਨੇ ਕਮਾਉਣੇ ਨੇ ਇਹਨਾਂ ਲੋਕਾਂ ਨੇ, ਤੇ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਨਾਮਜ਼ਦ ਕੀਤਾ ਗਿਆ, ਜਿਹੜੇ ਠੇਕੇ ਦਿੱਤੇ ਗਏ ਨੇ, ਉਹਨਾਂ ਤੇ ਇਹਨਾਂ ਤੋਂ ਕਈ ਗੁਣਾ, ਹਜ਼ਾਰਾਂ ਗੁਣਾ, ਕਰੋੜਾਂ ਗੁਣਾ ਕਮਾ ਜਾਣੇ ਨੇ। ਇਹਨਾਂ ਦਾ ਗਲ ਕੋ ਘੁੱਟਣਾ, ਇਹਨਾਂ ਦੇ ਬੱਚੇ ਨਹੀਂ ਚਾਹੀਦੇ ਕਿ ਵਧੀਆ ਪੜ੍ਹਨ ਲਿਖਣ ਸਾਰਾ ਕੁਝ ਹੋਵੇ। ਹੁਣ ਆਪਾਂ ਈ ਰਿਕਸ਼ਾ ਪ੍ਰਮੋਟ ਕਰ ਰਹੇ ਹਾਂ ਕਿ ਰਜਿਸਟ੍ਰੇਸ਼ਨ ਫੀਸ ਜਿਹੜੀ ਉਹ ਫ੍ਰੀ ਕੀਤੀ ਜਾਣੀ ਚਾਹੀਦੀ ਹੈ, ਕਰ ਦਿੱਤੀ ਸਰਕਾਰ ਨੇ। ਜਿਹੜੇ ਪੁਰਾਣੇ ਨੇ ਉਹਨਾਂ ਨੂੰ ਵੀ ਤੇ ਇਹ ਸੁਵਿਧਾ ਮਿਲਣੀ ਚਾਹੀਦੀ ਹੈ। ਕਮਾਈ ਤੇ ਠੇਕੇਦਾਰ ਜਿਹੜੇ ਬਣੇ ਨੇ, ਬੜੇ ਇਸ ਤਰ੍ਹਾਂ ਦੇ ਠੇਕੇਦਾਰ ਨੂੰ ਮੈਂ ਜਾਣਦਾ ਵੀ ਹਾਂ ਜਿਨ੍ਹਾਂ ਕੋਲ 50-50 ਈ ਰਿਕਸ਼ਾ ਨੇ, ਤਾਂ ਕਮਾਈ ਤੇ ਫਿਰ ਉਹ ਕਰਦੇ ਪਏ ਨਾ ਸਾਰੀ। ਇੱਕ ਕੋਲੋਂ 300 ਜਾਂ 400 ਰੁਪਏ ਵੀ ਲਈਏ ਤੇ ਕਿੱਥੇ ਗੱਲ ਪਹੁੰਚ ਰਹੀ ਹੈ, ਤਾਂ ਕੀ ਅਸੀਂ ਟੈਕਸ ਸਰਕਾਰ ਦਾ ਦੇ ਨਹੀਂ ਸਕਦੇ? ਦੇਖੋ ਇਹ ਇਹਨਾਂ ਲੋਕਾਂ ਦਾ ਮਸਲਾ ਹੈ। ਮੇਰੇ ਕੋਲ ਜਿਸ ਤਰੀਕੇ ਪੇਸ਼ ਕੀਤਾ ਗਿਆ ਤੇ ਮੈਂ ਇਹਨਾਂ ਦੇ ਨਾਲ ਆਇਆ, ਇੱਥੇ ਤੇ ਮੇਰੇ ਧਿਆਨ ਚ ਆਉਂਦਾ ਕਿ ਕਈ ਡਿਪਟੀਆਂ ਵੀ ਰਿਕਸ਼ੇ ਪਾਏ ਨੇ, ਕਈ ਪੋਲੀਟੀਸ਼ੀਅਨਾਂ ਵੀ ਰਿਕਸ਼ੇ ਪਾਏ ਨੇ। ਪਹਿਲਾਂ ਪੂਰੀ ਜਦੋਂ ਉਹਨਾਂ ਦੀ ਚੱਲਦੀ ਸੀਗੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਚੱਲਣ ਦੇ, ਇਹਨੂੰ ਫੜਨਾ ਨਹੀਂ, ਕੋਈ ਪਰਚੀਆਂ ਦਿੱਤੀਆਂ ਹੁੰਦੀਆਂ, ਕੋਈ ਟੋਕਨ ਦਿੱਤੇ ਹੁੰਦੇ ਸੀਗੇ, ਉਹਨਾਂ ਲੋਕਾਂ ਦੇ ਉੱਤੇ ਤੇ ਉਦੋਂ ਸਖਤੀ ਨਹੀਂ ਕੀਤੀ। ਅੱਜ ਇਹ ਲੋਕ ਕਿਸੇ ਕੋਲੋਂ ਵੀ ਕਿਰਾਏ ਤੇ ਲੈਂਦੇ ਨੇ, ਚਾਹੇ ਇਹਨਾਂ ਨੂੰ ਕੋਈ ਡੀਐਸਪੀ ਦਿੰਦਾ, ਚਾਹੇ ਇਹਨਾਂ ਨੂੰ ਕੋਈ ਪੋਲੀਟੀਸ਼ੀਅਨ ਦਿੰਦਾ। ਸਰਕਾਰ ਨੂੰ ਤੇ ਇਹ ਚਾਹੀਦਾ ਸੀਗਾ ਕਿ ਜਿਹੜੇ ਰੇਟ ਤੇ ਤੁਹਾਨੂੰ ਰਿਕਸ਼ਾ ਮਿਲਦਾ ਸੀ, ਉਸੇ ਰੇਟ ਦੇ ਉੱਤੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਨ ਨੂੰ ਤਿਆਰ ਹਾਂ। ਉਹਦੇ ਉੱਤੇ ਕਹਿ ਰਹੀ ਹੈ ਨਾ ਕਿ 3.5 ਲੱਖ ਦਾ ਅਸੀਂ ਰਿਕਸ਼ਾ ਤੁਹਾਨੂੰ ਦੇ ਰਹੇ ਹਾਂ, ਜਿਹਦੇ ਵਿੱਚੋਂ 1.5 ਲੱਖ ਰੁਪਇਆ ਸਬਸਿਡੀ ਦੇ ਰਹੀ ਹੈ, ਤੇ 2 ਲੱਖ ਦੇ ਵਿੱਚ ਤੁਹਾਨੂੰ ਅਸੀਂ ਬੋਡੀ ਉਹਦੀ ਭਾਰੀ ਦੇ ਰਹੇ ਹਾਂ, ਇੱਕ ਵਧੀਆ ਅਸੀਂ ਈ ਰਿਕਸ਼ਾ ਦੇ ਰਹੇ ਹਾਂ। ਸੁਖਚੈਨ, ਜਿਹੜਾ 2 ਲੱਖ ਦਾ ਰਿਕਸ਼ਾ ਮਿਲ ਰਿਹਾ, ਤੁਸੀਂ ਵੀ ਘਰੋਂ ਕੋਈ ਚੀਜ਼ ਲੈਣ ਜਾਣੀ ਹੋਵੇ, ਚਾਹੇ ਕੋਈ ਘਰ ਦਾ ਸਮਾਨ ਹੈ, ਚਾਹੇ ਕੋਈ ਵਹੀਕਲ ਹੈ, ਜਦੋਂ ਤੁਹਾਨੂੰ ਇੱਕ ਚੀਜ਼ 1.25 ਲੱਖ 'ਚ ਮਿਲ ਰਹੀ ਹੈ ਤੇ ਤੁਸੀਂ ਉਹਦਾ 2 ਲੱਖ ਰੁਪਈਆ ਕਿਉਂ ਖਰਚ ਕਰੋਗੇ? ਤੁਸੀਂ ਉਹਦੇ ਉੱਤੇ ਪੈਸੇ ਕਿਉਂ ਜ਼ਿਆਦਾ ਖਰਚ ਕਰੋਗੇ? ਇਹ ਤੇ ਨਾਦਰਸ਼ਾਹੀ ਫਰਮਾਨ ਹੈ ਨਾ। ਤੁਸੀਂ ਇਹ ਕਹਿ ਦਿਓ ਕਿ ਸਾਡੀ ਸਰਕਾਰ ਨੇ ਆਹ ਰਿਕਸ਼ਾ ਤਿਆਰ ਕਰਾਇਆ, ਜਿਹੜਾ ਸਰਕਾਰ ਵੱਲੋਂ ਰਿਕਸ਼ਾ ਉਹ ਆ ਦਿੱਤਾ ਜਾਊਗਾ। ਤੁਸੀਂ ਜੇ ਬਾਹਰੋਂ ਇਹਦੇ ਨਾਲ ਦਾ ਤਿਆਰ ਕਰਾ ਸਕਦੇ ਹੋ ਜਾਂ ਬਾਹਰੋਂ ਹੋਰ ਕਿਸੇ ਫਰਮ ਤੋਂ ਲੈਣਾ ਚਾਹੁੰਦੇ, ਇਹ ਤੇ ਕੋਈ ਸ਼ਰਤ ਨਹੀਂ ਨਾ ਹੋਣੀ ਚਾਹੀਦੀ ਵੀ ਆਹ ਮੋਹਰ ਲੱਗੀ ਹੋਊਗੀ ਤੇ ਤੁਸੀਂ ਸ਼ਰਤਾਂ ਤੈਅ ਕਰੋ ਉਹਦੇ ਉੱਤੇ ਕਿ ਇਸ ਤਰ੍ਹਾਂ ਦਾ ਸਰਕਾਰ ਦਾ ਰਿਕਸ਼ਾ, ਔਰ ਇਸੇ ਤਰੀਕੇ ਦਾ ਜੇ ਤੁਹਾਡੇ ਕੋਲ ਹੈਗਾ ਤੇ ਤੁਹਾਡਾ ਰਜਿਸਟਰਡ ਹੋ ਜੇ। ਇਹ ਤਾਂ ਨਹੀਂ ਕਿ ਕਿਸੇ ਦੇ ਉੱਤੇ ਮਹੱਲੇ ਦੀ ਸਟੈਂਪ ਲੱਗੂਗੀ, ਸੁਖਚੈਨ ਦੀ ਸਟੈਂਪ ਲੱਗੂਗੀ ਤੇ ਉਹ ਰਿਕਸ਼ਾ ਜਿਹੜਾ ਸੜਕ ਦੇ ਉੱਤੇ ਚੱਲ ਸਕਦਾ। ਇਹ ਸ਼ਰਤਾਂ ਪੂਰੀਆਂ ਕਰਨ ਉਹਦੀਆਂ, ਸਿਰਫ ਇਹ ਥੋਪੇ ਨਾ ਜਾਣ। 3 ਬੰਦਿਆਂ ਨੂੰ ਠੇਕਾ ਹੈ ਮੇਰੇ ਖਿਆਲ ਰਾਹੀ ਪ੍ਰੋਜੈਕਟ ਦਾ ਦੇਸ਼ ਦੇ ਵਿੱਚ, ਔਰ ਪੂਰੇ ਦੇਸ਼ 'ਚ ਕਿੰਨਾ ਰਿਕਸ਼ਾ ਚੱਲਦਾ ਹੈ ਜੀ। ਕਿਉਂ ਸਾਰਾ ਫਾਇਦਾ ਉਹਨਾਂ ਨੂੰ ਪਹੁੰਚਿਆ ਜਾਵੇ? ਹੋਰ ਲੋਕ ਵੀ ਕਾਰੋਬਾਰੀ ਹੈਗੇ ਨੇ, ਉਹਨਾਂ 'ਚ ਵੀ ਪ੍ਰੋਫਿਟ ਵੰਡਿਆ ਜਾਣਾ ਚਾਹੀਦਾ, ਉਹਨਾਂ ਨੂੰ ਵੀ ਕਾਰੋਬਾਰ ਦਾ ਮੌਕਾ ਮਿਲਣਾ ਚਾਹੀਦਾ। ਅਸੀਂ ਮੰਨਦੇ ਹਾਂ ਕਿ ਸਰਕਾਰ ਦੀ ਕਮੀ ਹੋਏਗੀ, ਹੋ ਵੀ ਸਕਦੀ ਆ, ਆਮ ਜਨਤਾ ਦੇ ਨਾਲ ਹੀ, ਆਵਾਮ ਦੇ ਨਾਲ ਹੀ ਸਰਕਾਰਾਂ ਚੱਲਦੀਆਂ ਨੇ। ਸਰਕਾਰ ਦੀ ਅਸੀਂ ਮੰਨਦੇ ਹਾਂ ਗਲਤੀ, ਪਰ ਗਲਤੀ ਕਿਤੇ ਲੱਗਦਾ ਨਹੀਂ ਕਿ ਇਹਨਾਂ ਦੀ ਵੀ ਹੈ। ਜਦੋਂ ਆਪਾਂ ਸ਼ੁਰੂਆਤ ਕੀਤੀ ਸੀ ਅਸੀਂ ਚਾਹੁੰਦੇ ਤੇ ਉਦੋਂ ਵੀ ਕਦਮ ਚੁੱਕਦੇ, ਜਿਹਦੇ ਕੋਲ ਉਦੋਂ 2 ਰਿਕਸ਼ੇ ਸੀ ਉਹਦਾ ਟੈਕਸ ਤਾਰ ਦਿੰਦਾ, ਉਹਨੂੰ ਆਉਣ ਵਾਲੇ ਸਮੇਂ ਵਿੱਚ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ। ਹੁਣ ਬਹੁਤ ਰਿਕਸ਼ੇ ਹੋ ਗਏ, ਹੁਣ ਉਹਨਾਂ ਨੂੰ ਲੱਗਦਾ ਕਿ ਜ਼ਿਆਦਾ ਹੋ ਗਿਆ ਕੰਮ, ਤੇ ਹੁਣ ਅਸੀਂ ਟੈਕਸ ਕਿਸ ਤਰ੍ਹਾਂ ਤਾਰਾਂਗੇ? ਤਾਂ ਲੱਗਦਾ ਨਹੀਂ ਕਿ ਇਹਨਾਂ ਦੀ ਵੀ ਕਮੀਆਂ ਨੇ। ਪਹਿਲਾਂ ਤੁਸੀਂ ਦੇਖੋ ਇੱਕ ਈ ਕਾਰ ਆਉਣੀ ਸ਼ੁਰੂ ਹੋਈ ਸੀ ਬੈਟਰੀ ਵਾਲੀ, ਅਜੇ ਤੱਕ ਮੇਰੇ ਖਿਆਲ ਰਜਿਸਟ੍ਰੇਸ਼ਨ ਉਹਦੀ ਹੁਣ ਖੁੱਲੀ ਹੈ। ਸਾਲ ਉਹ ਸੜਕਾਂ ਦੇ ਉੱਤੇ ਚੱਲਦੀਆਂ ਰਹੀਆਂ, ਉਹ ਏਜੰਸੀਜ਼ ਵਾਲੇ ਮਤਲਬ ਸਾਡੇ ਕੋਲ ਰੋਂਦੇ ਰਹੇ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਤੇ ਖੁੱਲੀ ਨਹੀਂ ਤੇ ਗੱਡੀਆਂ ਵਿਕਣਗੀਆਂ ਕਿਵੇਂ। ਸਰਕਾਰ ਨੇ ਪਹਿਲਾਂ ਤੇ ਕੋਈ ਪਾਲਿਸੀ ਨਹੀਂ ਬਣਾਈ, ਫਿਰ ਇਹ ਵੀ ਉਹਨੂੰ ਇਗਨੋਰ ਕਰ ਗਏ। ਉਹ ਤੇ ਹੁਣ ਰਜਿਸਟਰਡ ਕਰਾਉਣ ਨੂੰ ਤਿਆਰ ਨੇ ਕਿ ਜੋ ਸਾਡੇ ਕੋਲੋਂ ਬਣਦਾ ਸਾਡਾ ਲੈ ਲਿਆ ਜਾਵੇ, ਮਿਨੀਮਮ ਕੋਈ ਮਾਈਨਰ ਦੇ ਵਿੱਚ ਲੈ ਲਿਆ ਜਾਵੇ। ਮੇਰੇ ਖਿਆਲ ਨਾਲ ਤੇ ਜੇ ਬਾਕੀ ਰਿਕਸ਼ਾ ਨੂੰ ਮਾਫ ਕੀਤਾ ਗਿਆ ਤੇ ਇਹਨਾਂ ਨੂੰ ਵੀ ਨਾਲ ਮਾਫੀ ਮਿਲਣੀ ਚਾਹੀਦੀ ਹੈ। ਜੇ ਕੋਈ ਮਿਨੀਮਮ ਚਾਰजेस ਇਹਨਾਂ ਦੇ ਬਣਦੇ ਨੇ ਤੇ ਉਹ ਇਹਨਾਂ ਕੋਲ ਲੈ ਕੇ ਇਹਨਾਂ ਨੂੰ ਰਜਿਸਟਰਡ ਕਰ ਦਿੱਤਾ ਜਾਣਾ ਚਾਹੀਦਾ। ਪਹਿਲਾਂ ਤੇ ਆਪਾਂ ਅੱਖਾਂ ਬੰਦ ਕਰ ਛੱਡੀਆਂ, ਪਹਿਲੇ ਦਿਨ ਤੋਂ ਖੁੱਲਣ ਨਾ ਦਿੰਦੇ, ਆਪਾਂ ਚੱਲਣ ਨਾ ਦਿੰਦੇ, ਉਦੋਂ ਆਪਾਂ ਵੋਟਾਂ ਦੇ ਚੱਕਰ ਦੇ ਵਿੱਚ ਸਾਰਾ ਕੁਝ ਪ੍ਰਮੋਟ ਕਰਦੇ ਰਹਿੰਦੇ ਆ। ਅੱਜ ਉਹਨਾਂ ਦੇ ਮਤਲਬ ਸਿਰ ਤੇ ਆ ਬਣੀ ਹੈ ਤੇ ਅੱਜ ਉਹਨਾਂ ਨਾਲ ਕੋਈ ਵੀ ਨਹੀਂ ਖਲੋ ਰਿਹਾ। ਸੋ ਸਰਕਾਰ ਨੇ ਜੇ ਬਾਕੀ ਰਿਕਸ਼ਾ ਦੇ ਉੱਤੇ ਨਵੇਂ ਜਿਹੜੇ ਲੱਗਣੇ ਨੇ, ਹੁਣ ਨਵੇਂ ਤੇ ਆਉਣੇ ਸਰਕਾਰ ਦੇ ਆਪਣੇ, ਉਹਦੇ ਉੱਤੇ ਤੁਸੀਂ ਟੈਕਸ ਫ੍ਰੀ ਕਰ ਸਕਦੇ ਹੋ, ਮਹਿੰਦਰਾ ਲਈ ਫ੍ਰੀ ਕਰ ਸਕਦੇ ਹੋ, ਪਿਆਜੀਓ ਲਈ ਫ੍ਰੀ ਕਰ ਸਕਦੇ ਹੋ, ਅਤੁਲ ਲਈ ਫ੍ਰੀ ਕਰ ਸਕਦੇ ਹੋ, ਤੇ ਇਹਨਾਂ ਗਰੀਬਾਂ ਲਈ ਫ੍ਰੀ ਕਿਉਂ ਨਹੀਂ ਕਰ ਸਕਦੇ ਜਿਨ੍ਹਾਂ ਨੇ ਪਹਿਲਾਂ ਦੇ ਲਏ ਹੋਏ ਨੇ? ਸੋ ਕਾਨੂੰਨ ਤੇ ਇੱਕ ਅਨੁਸਾਰ ਚੱਲਣਾ ਚਾਹੀਦਾ ਨਾ। ਦੂਜੀ ਚੀਜ਼, ਮੈਂ ਹਰ ਜਗ੍ਹਾ ਦੇ ਉੱਤੇ ਕਿਸੇ ਨੂੰ ਠੀਕ ਨਹੀਂ ਕਹਿੰਦਾ, ਮੈਂ ਤਾਂ ਇਹਨਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਹੈ ਕਿ ਤੁਹਾਡਾ ਰਿਕਸ਼ਾ ਇੰਨਾ ਜ਼ਿਆਦਾ ਹੈ ਸ਼ਹਿਰ ਦੇ ਵਿੱਚ, ਕਮ ਸੇ ਕਮ ਰੂਲ ਵੀ ਫੋਲੋ ਕਰਿਆ ਕਰੋ। ਬਹੁਤ ਸਾਰੇ ਲੋਕ ਤੁਹਾਡੇ ਤੋਂ ਵੀ ਪਰੇਸ਼ਾਨ ਹੁੰਦੇ ਨੇ। ਮਤਲਬ ਇੱਕ ਆਪਾਂ ਦੇਖਦੇ ਹਾਂ ਕਿ ਯੂਨੀਅਨ ਦੇ ਨਾਂ ਦੇ ਉੱਤੇ ਕਿੰਨੀ ਕਿਸੇ ਵੇਲੇ ਹਰ ਡਿਪਾਰਟਮੈਂਟ ਲੈ ਕੇ ਹਰ ਕੋਈ ਪਰੇਸ਼ਾਨ ਆ, ਤੁਸੀਂ ਵੀ ਪ੍ਰੈਸ ਕਾਨਫਰੰਸ ਕਰਦੇ ਰਹੇ ਜੀ। ਹਰ ਕੋਈ ਪਰੇਸ਼ਾਨ ਹੁੰਦਾ। ਸੋ ਤੁਹਾਨੂੰ ਵੀ ਇਹ ਚਾਹੀਦਾ ਕਿ ਸ਼ਹਿਰ ਦੇ ਪ੍ਰਤੀ ਤੁਹਾਨੂੰ ਵੀ ਉਹ ਸਖਾਵੀ ਨਜ਼ਰ ਦੇ ਨਾਲ ਵੇਖਿਆ ਕਰਨ ਕਿ ਤੁਹਾਡੀ ਰੋਜੀ ਰੋਟੀ ਲਈ ਸ਼ਹਿਰ ਵਾਲੇ ਵੀ ਖੜੇ ਹੋਇਆ ਕਰਨ। ਤੁਹਾਡੇ ਈ ਰਿਕਸ਼ਾ ਬੰਦ ਕਰਨ ਦੀ ਨੌਬਤ ਆਈ ਹੈ ਤੇ ਮੇਰੇ ਖਿਆਲ ਬੜੀ ਦੁਨੀਆ ਖੁਸ਼ੀਆਂ ਵੀ ਮਨਾਉਂਦੀ ਹੋਊਗੀ ਕਿ ਸੜਕਾਂ ਤੇ ਟ੍ਰੈਫਿਕ ਘਟੂਗਾ, ਲੋਕਾਂ ਨੂੰ ਭਰਮਾਇਆ ਇਸੇ ਤਰੀਕੇ ਜਾਂਦਾ ਨਾ। ਕੱਲਾ ਈ ਰਿਕਸ਼ਾ ਦੇ ਨਾਲ ਟ੍ਰੈਫਿਕ ਨਹੀਂ ਹੈ, ਹਾਂ ਸਿਸਟਮ ਨਾਲ ਚੱਲਣੇ ਚਾਹੀਦੇ ਨੇ, ਰਜਿਸਟ੍ਰੇਸ਼ਨ ਨਾਲ ਚੱਲਣੇ
ਚਾਹੀਦੇ ਨੇ, ਇਹਨਾਂ ਨੂੰ ਵੀ ਤਰਤੀਬ ਤੇ ਜਿਹੜੀ ਮਤਲਬ ਸੁਚਾਰੂ ਢੰਗ ਦੇ ਨਾਲ ਜੇ ਤੁਹਾਨੂੰ ਫੈਸਿਲਿਟੀ ਮਿਲੀ ਆ ਤੇ ਉਹ ਅਪਣਾਉਣੀ ਚਾਹੀਦੀ ਆ। ਕਿਤੇ ਨਾ ਕਿਤੇ ਗਲਤੀ ਦੋ ਪਾਸੇ ਹੀ ਹੁੰਦੀ ਹੈ, ਬਟ ਇਹ ਨਹੀਂ ਉਹਨਾਂ ਦੀ ਗਲਤੀ ਦੀ ਸਜ਼ਾ ਉਹਨਾਂ ਨੂੰ ਇਹ ਦਿੱਤੀ ਜਾਵੇ ਕਿ ਉਹਨਾਂ ਦਾ ਕਾਰੋਬਾਰ ਹੀ ਖੋਲਿਆ ਜਾਵੇ, ਉਹਨਾਂ ਨੂੰ ਬੰਦ ਹੀ ਕਰ ਦਿੱਤਾ ਜਾਵੇ। ਸੋ ਇਸ ਸਬੰਧ ਦੇ ਵਿੱਚ ਅੱਜ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਔਰ ਉਹਨਾਂ ਨੇ ਮੈਨੂੰ ਕਿਹਾ ਜੀ ਮੰਤਰੀ ਸਾਹਿਬ ਨਾਲ ਗੱਲ ਕਰਨੀ, ਤੇ ਮੈਂ ਉੱਥੇ ਮੰਤਰੀ ਸਾਹਿਬ ਨੂੰ ਵੀ ਫੋਨ ਲਾ ਲਿਆ। ਜਦੋਂ ਬਾਅਦ ਚੋਂ ਮੈਂ ਕਮਿਸ਼ਨਰ ਸਾਹਿਬ ਨਾਲ ਵੀ ਉਹਨਾਂ ਦੀ ਗੱਲ ਕਰਾਈ ਹੈ ਕਿ ਇੱਕ ਪਾਸੇ ਤੇ ਆਪਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਾਂ, ਆਟਾ ਦਾਲ ਫ੍ਰੀ ਕਰ ਰਹੇ ਹਾਂ, ਬਿਜਲੀ ਫ੍ਰੀ ਕਰ ਰਹੇ ਹਾਂ, ਤੇ ਜੇ ਕਮਾ ਕੇ ਖਾਣਾ ਚਾਹੁੰਦੇ ਨੇ ਤੇ ਇਹਨਾਂ ਦਾ ਆਪਾਂ ਰੁਜ਼ਗਾਰ ਬੰਦ ਕਰ ਰਹੇ ਹਾਂ। ਸੋ ਇਸ ਸੰਦਰਭ ਦੇ ਵਿੱਚ ਬੜੀ ਸੁਖਾਵੇਂ ਹਾਲਾਤਾਂ ਦੇ ਵਿੱਚ ਮੀਟਿੰਗ ਹੋਈ ਹੈ। ਮੰਤਰੀ ਸਾਹਿਬ ਨਾਲ ਮੇਰੀ ਵੀ ਗੱਲ ਹੋਈ ਹੈ ਔਰ ਮੈਂ ਕਮਿਸ਼ਨਰ ਸਾਹਿਬ ਦੀ ਵੀ ਗੱਲ ਕਰਾਈ ਹੈ ਵੀ ਇਹਨਾਂ ਦਾ ਕੋਈ ਮਸਲਾ ਹੱਲ ਨਿਕਲਣਾ ਚਾਹੀਦਾ। ਮੰਗ ਕੀ ਰਹੇ ਨੇ ਕਿ ਜੇ ਉਹਨਾਂ ਦੇ ਆਟੋ ਰਿਕਸ਼ਾ ਦੇ ਉੱਤੇ ਰਜਿਸਟ੍ਰੇਸ਼ਨ ਫ੍ਰੀ ਹੈ ਤੇ ਸਾਡੇ ਜਿਹੜੇ ਪਹਿਲਾਂ ਲਏ ਹੋਣੇ ਨੇ ਉਹਨੂੰ ਵੀ ਫ੍ਰੀ ਕਰ ਦਿੱਤਾ ਜਾਵੇ। ਲੱਗਦਾ ਕਿ ਹੱਲ ਹੋਏਗਾ ਕੋਈ ਇਹਨਾਂ ਦਾ? ਮੇਰਾ ਖਿਆਲ ਹੈ ਜੀ ਗਰੀਬ ਆਦਮੀ ਨੇ ਕਿਤੇ ਨਾ ਕਿਤੇ ਆਪਣੇ ਘਰੋਂ ਵੀ ਅਰਦਾਸ ਕਰਕੇ ਆਏ ਹੋਣਗੇ, ਜਿੰਨੇ ਕੈਫਰਡ ਤੁਹਾਡੇ ਰਾਹੀਂ ਵੀ ਇਹ ਆਵਾਜ਼ ਚੁੱਕੀ ਜਾਊਗੀ ਤੇ ਆਸ ਤੇ ਬੜੀ ਹੈ ਕਿ ਹੱਲ ਹੋਊਗਾ ਜੀ। ਤੁਹਾਡਾ ਕੀ ਨਾਮ ਹੈ? ਮੈਂ ਪ੍ਰਿੰਸ ਮੋਕਮਪੁਰਾ ਜੀ। ਕਿੰਨੇ ਆਟੋ ਤੁਹਾਡੇ? ਮੇਰੇ ਕੋਲ 8 ਆਟੋ ਜੀ। 8 ਆਟੋ। ਤਾਂ ਲੱਗਦਾ ਕਿ ਹੱਲ ਹੋ ਜਾਏਗਾ? ਦੇਖੋ ਜੀ, ਮੰਨਾ ਜੀ ਨੇ ਵੀ ਕਾਫੀ ਜ਼ੋਰ ਲਾਇਆ ਵਾ, ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਆ ਤੇ ਮੰਤਰੀ ਸਾਹਿਬ ਨਾਲ ਵੀ ਫੋਨ ਤੇ ਗੱਲ ਹੋਈ ਆ। ਉਹਨਾਂ ਨੇ ਆਸ਼ਵਾਸਨ ਤੇ ਇਹੀ ਦਿੱਤਾ ਹੈ ਕਿ ਜਲਦੀ ਕੋਈ ਪਾਲਿਸੀ ਬਣਾ ਕੇ ਤੁਹਾਨੂੰ ਆਸ਼ਵਾਸਨ ਦਿੱਤਾ। ਤਾਂ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਵਰਿੰਦਰ। ਕਿੰਨੇ ਆਟੋ ਤੁਹਾਡੇ? ਮੇਰੇ ਕੋਲ 5 ਹੈ ਜੀ। 5 ਆਟੋ। ਤੁਹਾਡੇ ਕੋਲ ਕਿੰਨੇ ਆਟੋ ਸਰ? 5 ਆਟੋ ਜੀ। 5 ਆਟੋ। ਤੁਹਾਡੇ ਕੋਲ? ਮੇਰੇ ਕੋ 8 ਹੈਗੇ। 8 ਆਟੋ। ਤਾਂ ਹੋਰ ਸਾਰੇ ਇਸੇ ਐਸੇ ਠੇਕੇਦਾਰ ਤੁਹਾਡੇ ਕੋਲ ਕਿੰਨੇ? ਮੇਰੇ ਕੋ 7 ਹੁਣ ਸਾਰੇ ਕਹਿ ਦਿੰਦੇ ਨਾ ਕਮਾਈ 350 ਆ, ਪਰ ਹਾਂ ਚਲਾਉਣ ਵਾਲੇ ਸਾਥੀ ਹੋਣੇ ਸਾਥੀ ਡਾਟ ਨਿਕਲਦਾ 100 ਰੁਪਿਆ 350 ਕਮਾਈ ਲਈਦੀ ਆ। ਬੈਟਰੀ ਉੱਡ ਜਾਂਦੀ ਜੇ, ਕਦੀ ਟਾਇਰ ਪਾੜ ਗਿਆ, ਕਦੀ ਸ਼ੀਸ਼ਾ ਟੁੱਟ ਗਿਆ, ਕਦੀ ਕੁਝ 100 ਰੁਪਿਆ ਪਰ ਮਹੀਨਾ ਬਚਣਾ ਇੱਕ ਮੱਡੀ ਮਗਰ। ਸਿਰਫ 100 ਰੁਪਏ, ਸਿਰਫ 100 ਰੁਪਏ ਸਾਡੀ ਕਮਾਈ। ਮਤਲਬ 70 ਤੋਂ 80 ਰੁਪਏ ਤੇ ਬੈਟਰੀ ਚਾਰਜਿੰਗ ਆ ਜਾਂਦਾ, ਖਰਚਾ ਆ ਜਾਂਦਾ ਤੇ ਰੋਜ਼ ਦਾ ਰੋਜ਼ 70। ਨਹੀਂ ਤੇ ਫਿਰ ਆਪਾਂ ਆਟੋ ਵਧਾਈ ਕਿਉਂ ਗਏ? ਸਰ ਵਧਾਣੇ ਕਿੱਥੇ ਆ? 5-7 ਆਟੋ ਚਲਾ ਰਹੇ ਆ, ਕੋਈ ਜ਼ਿਆਦਾ ਦੇਖੋ ਮੇਰੀ ਫੈਕਟਰੀ 'ਚ, ਠੀਕ ਹੈ, ਮੇਰੀ ਫੈਕਟਰੀ ਸੀ, ਫੈਕਟਰੀ ਕਰੋਨਾ ਕਾਰਨ ਮੇਰੀ ਫੈਕਟਰੀ। ਮੈਂ ਇਸ ਤੋਂ ਜ਼ਿਆਦਾ ਤੇ ਇੱਕ ਵਾਰੀ ਮੈਂ ਤੁਹਾਨੂੰ ਗੱਲ ਦੱਸਦਾ, ਜਿਸ ਤਰ੍ਹਾਂ ਕਹਿੰਦੇ ਵੀ 100 ਰੁਪਏ ਇੱਕ ਆਟੋ ਦੇ ਮਗਰ ਬਚਦਾ ਪਿਆ ਸਾਨੂੰ, ਠੀਕ ਹੈ, 700 ਰੁਪਏ ਰੋਜ਼ ਦਾ 7 ਆਟੋ, 700 ਰੁਪਏ ਰੋਜ਼ ਦਾ ਬਚਦਾ ਪਿਆ। ਇਹਦੇ ਨਾਲ ਚੰਗਾ ਤੇ ਤੁਸੀਂ 7 ਲੱਖ ਰੁਪਏ ਵਿਆਜ ਤੇ ਚੜਾਇਆ ਹੁੰਦਾ ਤੇ ਬੈਂਕ ਨੇ ਤੁਹਾਨੂੰ ਇੰਨੇ ਪੈਸੇ ਦੇ ਦੇਣੇ ਸੀ। ਸਰ ਕਿੱਦਾਂ ਦੇ ਦੇਣੇ ਸੀਗੇ? ਮੇਰੀ ਕਿੱਦਾਂ ਸਰ, ਕਿੰਨਾ ਵਿਆਜ ਆਉਂਦਾ? ਜਿੱਥੇ ਕਹਿੰਦੇ ਜੀ ਚੜਾ ਦਿੰਦੇ ਆ ਸਰ ਮੇਰੀ ਗੱਲ ਸੁਣੋ। 7 ਲੱਖ ਉੱਤੇ ਚੜਾ ਦਿੰਦੇ ਗੱਡੀਆਂ ਵੇਖਿਆ ਨੂੰ। ਸਰ ਮੇਰੀ ਗੱਲ ਸੁਣੋ, ਮੇਰੀ ਫੈਕਟਰੀ ਮੇਰੀ ਇੱਕ ਅੱਜ ਸੁਣੋ ਪਹਿਲਾਂ, ਮੇਰੀ ਫੈਕਟਰੀ ਸੀ, ਕਰੋਨਾ ਕਾਲ 'ਚ ਮੇਰੀ ਫੈਕਟਰੀ ਬੰਦ ਹੋ ਗਈ, ਮੈਂ ਆਪਣੀ ਲੇਬਰ ਨੂੰ ਸਾਰੀਆਂ ਤਨਖਾਹਾਂ ਦਿੱਤੀਆਂ, 7-8 ਲੱਖ ਰੁਪਏ ਮੈਂ ਥੱਲੇ ਆ ਗਿਆ। ਅੱਜ ਵੀ ਮੈਂ ਕਰਜ਼ੇ ਥੱਲੇ, ਬੈਂਕ ਦਾ ਕਰਜ਼ਾ ਦੇਣਾ ਮੈਂ ਦੱਸੋ ਮੈਂ ਰੋਟੀ ਨਾ ਖਾਵਾਂ? ਕੀ ਹੱਲ ਕੀ ਚਾਹਨੇ ਵਿਚਲਾ ਭਾਈ? ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਉੱਤੇ ਜਿਹੜਾ ਥੁੱਪ ਹੋ ਨਾ ਜਾਇਜ਼ ਲੈ ਲਓ। ਸਾਡੇ 1500 ਰੁਪਈਆ, ਜਿੰਨਾ ਦਿੱਲੀ ਵੀ 1500 ਰੁਪਈਆ ਗਿਆ। ਹਾਂਜੀ। ਤਾਂ ਬਿਲਕੁਲ ਅਸੀਂ ਅਪੀਲ ਕਰਦੇ ਹਾਂ ਕਿ ਸਰਕਾਰ ਦੇ ਅੱਗੇ ਕਿ ਜਿਹੜੇ ਲੋਕ ਨੇ ਉਹਨਾਂ ਦੇ ਮਸਲੇ ਦਾ ਹੱਲ ਕੀਤਾ ਜਾਵੇ, ਕਿਉਂਕਿ ਲੋਕਾਂ ਦੇ ਨਾਲ ਹੀ ਸਰਕਾਰ ਬਣਦੀ ਹੈ। ਜੇ ਸਰਕਾਰ ਆਪਣਾ ਰੈਗੂਲਰ ਕੰਮ ਕਰਦੀ ਹੈ ਲੋਕਾਂ ਵਾਸਤੇ, ਤਾਂ ਫਿਰ ਅਸੀਂ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਵੀ ਵੱਡਾ ਫਾਇਦਾ ਇਹੋ ਹੀ ਲੋਕ ਦੇ ਸਕਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਕੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ। ਕੈਮਰਾਮੈਨ ਸੰਦੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।